ਸਤਨਾਮ ਵਾਹਿਗੁਰੂ ਸਾਹਿਬ ਜੀ। ਅੰਮ੍ਰਿ ਦ੍ਰਿਸ਼ਟ ਸ਼ੁਭ ਕਰੈ, ਹਰੈ ਅਗ ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ ਵਾਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ, ਦੁਖ ਸੰਸਾਰ ਖੋਵੈ। ਗੁਰ ਨਵ ਨਿਧ ਦਰਿਆਉ, ਜਨਮ ਹਮ ਕਾਲਖ ਧੋਵੈ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਘਰ ਦੂਜਾ ਅਸ਼ਟਪਦੀਆਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ। ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਦਿਕ ਅਹੰਗ ਬੁੱਧ ਬਾਧੇ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ। ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਦਿਕ ਅਹੰਗ ਬੁੱਧ ਬਾਧੇ। ਪਿਆਰੇ ਇਨ ਬਿਦ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾ। ਹਾਰ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਬਵੇਕਾ। ਪਿਆਰੇ ਇਨ ਬਿਦ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾ। ਹਾਰ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਬਵੇਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਮੁਕੱਦਸ ਅਸਥਾਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦਰਸ਼ਨ ਕਰਕੇ, ਇਸ਼ਨਾਨ ਕਰਕੇ ਗੁਰਦੁਆਰਾ
ਮੰਜੀ ਸਾਹਿਬ ਦੀਵਾਨ ਹਾਲ ਵਿਖੇ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੋਦ ਅੰਦਰ ਸੁਭਾਇਮਾਨ ਸਤਸੰਗੀ ਜਨੋ ਵਡਭਾਗੇ ਹੋ। ਸਤਿਗੁਰੂ ਜੀ ਦੀ ਉਸਤਤ ਕੀਰਤਨ ਰੂਪ ਦੇ ਵਿੱਚ ਸਰਵਨ ਕਰ ਰਹੇ ਸੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅਪਾਰ ਕਿਰਪਾ ਤੇ ਬਖਸ਼ਿਸ਼ਾਂ ਕੀਤੀਆਂ ਹਨ। ਸੱਚਖੰਡ ਸ੍ਰੀ ਦਰਬਾਰ ਸਾਹਿਬ ਪ੍ਰਕਾਸ਼ਮਾਨ ਹੋ ਕਰਕੇ ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਜੀ ਨੇ ਜੋ ਪਾਵਨ ਹੁਕਮਨਾਮੇ ਦੀ ਬਖਸ਼ਿਸ਼ ਸਾਡੇ ਉੱਤੇ ਕੀਤੀ ਹੈ, ਆਪ ਜੀ ਨੇ ਪਾਵਨ ਮੁੱਖ ਵਾਕ ਦਾ ਪਾਠ ਸਤਿਕਾਰਯੋਗ ਭਾਈ ਸਾਹਿਬ ਭਾਈ ਬਲਵੰਤ ਸਿੰਘ ਜੀ ਤਿਨਾਂ ਦੀ ਰਸਨਾ ਪਾਸੋਂ ਪਾਵਨ ਪਾਠ ਨੂੰ ਸਰਵਨ ਕੀਤਾ ਹੈ। ਸੋ ਆਓ ਭਾਗਾਂ ਵਾਲਿਓ, ਸਤਿਗੁਰੂ ਜੀ ਦੀ ਰਹਿਮਤ ਦੇ ਨਾਲ ਇਹਨਾਂ ਮੁਬਾਰਕ ਬਚਨਾਂ ਨੂੰ ਸਮਝਣ ਦਾ ਵਿਚਾਰਨ ਦਾ ਯਤਨ ਕਰੀਏ। ਵਿਚਾਰਕ ਆਰੰਭਤਾ ਤੋਂ ਪਹਿਲਾਂ ਸਮੂਹ ਸੰਗਤ ਆਸੀਸ ਬਖਸ਼ੋ, ਆਪਣੀ ਅਤੇ ਦਾਸਰੇ ਦੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਓ। ਸਤਿਗੁਰੂ ਆਪ ਰਹਿਮਤ ਕਰਕੇ ਇਹ ਸੇਵਾ ਲੈ ਲੈਣ। ਸਮੂਹ ਸੰਗਤ ਪਰਵਾਨੋ ਫਤਿਹ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਘਰ ਦੂਜਾ ਅਸ਼ਟਪਦੀਆ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਮੁਬਾਰਕ ਬਚਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸਤਿਗੁਰੂ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਇਆ। ਸੋਰਠ ਰਾਗ ਦੇ ਅੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਅੰਗ 641 ਉੱਤੇ ਸੁਭਾਇਮਾਨ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਪਾਵਨ ਬਚਨ ਨੂੰ ਦੂਸਰੇ ਘਰ ਦੇ ਵਿੱਚ ਸੁਰ ਦਾ ਸੰਬੰਧ ਰਾਗ ਦੇ ਨਾਲ ਹੁੰਦਾ ਹੈ ਅਤੇ ਤਾਲ ਦਾ ਸੰਬੰਧ ਜੋ ਹੈ ਉਹ ਤਬਲੇ ਦੇ ਨਾਲ ਹੁੰਦਾ ਹੈ। ਸੋ ਸਤਿਗੁਰੂ ਮਹਾਰਾਜ ਜੀ ਨੇ ਤਾਲ ਦੇ ਵਿੱਚ ਦੂਜੇ ਘਰ ਦੇ ਵਿੱਚ ਗਾਉਣ ਦੀ ਹਿਦਾਇਤ ਕੀਤੀ ਹੈ ਅਤੇ ਇਹ ਮੁਬਾਰਕ ਬਚਨ ਅਸ਼ਟਪਦੀਆਂ ਭਾਵ 8 ਪਦਿਆਂ ਵਾਲਾ ਇਹ ਬਚਨ ਹੈ ਅਤੇ ਮੰਗਲ ਰੂਪ ਦੇ ਵਿੱਚ ਮਹਾਰਾਜ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਨਮਸਕਾਰ ਕਰਦਿਆਂ ਇੱਕ ਓੰਕਾਰ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇੱਕ ਹੈ ਅਤੇ ਸਾਰਿਆਂ ਵਿੱਚ ਇੱਕ ਰਸ ਵਿਆਪਕ ਹੈ। ਐਸੇ ਸਤਿਗੁਰੂ ਜੋ ਸਦੀਵੀ ਹਨ, ਅਕਾਲ ਪੁਰਖ ਵਾਹਿਗੁਰੂ, ਉਹਨਾਂ ਦੀ ਪ੍ਰਾਪਤੀ ਗੁਰ ਪ੍ਰਸਾਦ ਭਾਵ ਗੁਰੂ ਦੀ ਰਹਿਮਤ ਦੇ ਨਾਲ ਹੁੰਦੀ ਹੈ। ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭੁਵੰਗਮ ਸਾਧੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ ਹਨ ਕਿ ਧਰਮ ਦੀ ਦੁਨੀਆ ਦੇ ਵਿੱਚ ਮਨੁੱਖ ਧਰਮ ਨੂੰ ਕਮਾਉਣ ਲਈ ਕਈ ਤਰ੍ਹਾਂ ਦੇ ਕਰਮ ਕਰਦਾ ਹੈ। ਉਸ ਦੇ ਅੰਦਰ ਭਾਵਨਾ ਹੈ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸਾਂਝ ਪੈ ਜਾਏ, ਇਸ ਕਰਕੇ ਉਹ ਧਰਮ ਕਰਮ ਕਮਾਉਂਦਾ ਹੈ। ਔਰ ਹਰ ਮਤ ਨੇ ਪਰਮੇਸ਼ਰ ਦੀ ਪ੍ਰਾਪਤੀ ਦਾ ਰਾਹ ਦੱਸਿਆ ਔਰ ਉਸ ਮਤ ਦਾ, ਉਸ ਧਰਮ ਦਾ ਅਨੁਯਾਈ ਉਹਨਾਂ ਕਰਮਾਂ ਨੂੰ ਕਮਾਉਂਦਾ ਹੈ। ਤੇ ਜਿਸ ਵੇਲੇ ਅਸੀਂ
ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਬਖਸ਼ਿਸ਼ਾਂ ਕਰਦੇ ਮਹਾਰਾਜ ਜੀ ਸਾਨੂੰ ਸਮਝਾਉਂਦੇ ਨੇ, ਹੇ ਭਾਈ ਧਰਮੀ ਤੂੰ ਵੀ ਬਣ, ਪਰ ਧਰਮੀ ਬਣਨ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਤੂੰ ਉਸ ਮਾਲਕ ਵਾਹਿਗੁਰੂ ਦਾ ਨਾਮ ਜਪ। ਤੇ ਜਿੱਥੇ ਨਾਮ ਜਪਣਾ ਉੱਥੇ ਨਾਲ ਨਾਲ ਤੇਰੇ ਕਰਮਾਂ ਦੇ ਵਿੱਚ ਤਬਦੀਲੀ ਆਵੇ। ਸਭ ਤੋਂ ਸਿਰੇ ਦਾ ਤੇ ਸ੍ਰੇਸ਼ਟ ਧਰਮ ਇਹ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਆਪਾਂ ਪਾਵਨ ਬਚਨ ਪੜ੍ਹਦੇ ਹਾਂ, ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸੰਸਾਰ ਦੇ ਬਹੁਤੇ ਮਤਾਂ ਨੇ ਨਾ ਧਰਮ ਦੀ ਪ੍ਰਾਪਤੀ ਦੀ ਗੱਲ ਕੀਤੀ, ਪਰ ਪਿਆਰਿਓ ਕਈ ਕਰਮ ਐਸੇ ਹੋਏ ਜਿਹੜੇ ਕੇਵਲ ਤੇ ਕੇਵਲ ਤਨ ਤੱਕ ਸੀਮਤ ਰਹਿ ਗਏ। ਤਨ ਨੂੰ ਦੁੱਖ ਦੇਣਾ, ਭੁੱਖ ਰੱਖਣੀ, ਘਰ-ਬਾਰ ਦਾ ਤਿਆਗ ਕਰ ਦੇਣਾ, ਉੱਠੇ ਲਟਕ ਜਾਣਾ, ਚਲੀਏ ਕਰਨੀ ਤੇ ਹੋਰ ਕਈ ਐਸੇ ਯਤਨ ਜਿਹਦੇ ਨਾਲ ਤਨ ਨੂੰ ਦੁੱਖ ਦਿੱਤਾ ਜਾਏ। ਪਰ ਸਤਿਗੁਰੂ ਮਹਾਰਾਜ ਨੇ ਇੱਕ ਗੱਲ ਸਮਝਾਈ ਕਿ ਦੇਖ, ਤੇਰੇ ਕਰਮ ਜਿਹੜੇ ਨੇ ਇਹਦੇ 'ਚ ਕੋਈ ਸ਼ੱਕ ਨਹੀਂ, ਤੇਰੀ ਭਾਵਨਾ ਬਹੁਤ ਚੰਗੀ ਹੈ, ਚਾਹੁੰਦਾ ਤੇ ਤੂੰ ਰੱਬ ਨੂੰ ਮਿਲਣਾ ਹੈ। ਪਰ ਹੋਇਆ ਕਿ ਜਿਹੜੇ ਕਰਮ ਕਰ ਰਹੇ ਹੈ ਨਾ, ਇਹ ਕੇਵਲ ਤੇ ਕੇਵਲ ਤੇਰੇ ਤਨ ਨੂੰ ਸਾਧਨ ਤੱਕ ਰਹਿ ਗਏ, ਹਠ ਯੋਗ ਵਿੱਚ ਪੈ ਗਿਆ ਤੇ ਤੇਰੇ ਜੀਵਨ ਦੇ ਵਿੱਚ ਉਹ ਰੰਗਤ, ਉਹ ਜੀਵਨ ਦਾ ਜਿਸ ਨੂੰ ਮਹਾਰਾਜ ਨੇ ਬਾਣੀ 'ਚ ਆਖਿਆ ਨਾ ਕਿ ਰੱਬ ਨਾਲ ਮਿਲਣ ਦੀ ਨਿਸ਼ਾਨੀ ਇਹ ਹੈ ਕਿ ਜਦੋਂ ਤੇਰੇ ਅੰਦਰ ਉਸ ਮਾਲਕ ਵਾਹਿਗੁਰੂ ਦੇ ਗੁਣ ਆਣਗੇ। ਪਾਵਨ ਬਾਣੀ 'ਚ ਵੀ ਆਪਾਂ ਬਚਨ ਪੜ੍ਹਦੇ ਆ, ਮਹਾਰਾਜ ਕਹਿੰਦੇ ਭਗਤੀ ਕਰ, ਪਰ ਯਾਦ ਰੱਖੀ ਭਗਤੀ ਉਹ ਹੈ ਜਦੋਂ ਤੇਰੇ ਜੀਵਨ ਵਿੱਚ ਗੁਣ ਆਉਣਗੇ। ਵੇਣ ਗੁਣ ਕੀਤੇ ਭਗਤ ਨਾ ਹੋਏ। ਸੋ ਸਤਿਗੁਰੂ ਮਹਾਰਾਜ ਜੀ ਨੇ ਸਮਝਾਇਆ ਕਿ ਤਨ ਨੂੰ ਦੁੱਖ ਬੜੇ ਦਿੱਤੇ, ਬੜੀਆਂ ਭੁੱਖਾਂ ਵੀ ਕੱਟ ਲਈਆਂ, ਬੜੇ ਹੋਰ ਯਤਨ ਕਰ ਲਏ, ਪਰ ਮਨ ਦੀ ਤਬਦੀਲੀ ਨਾ ਹੋਈ, ਮਨੁੱਖ ਦੇ ਜੀਵਨ ਵਿੱਚ ਵਿਕਾਸ ਨਾ ਹੋਇਆ। ਤਾਂ ਸਤਿਗੁਰੂ ਮਹਾਰਾਜ ਕਹਿ ਲਗੇ ਤੇਰੇ ਇਹ ਕੀਤੇ ਹੋਏ ਕਰਮ ਨਿਫਲ ਹੋ ਜਾਣਗੇ। ਇਸ ਕਰਕੇ ਮਹਾਰਾਜ ਸਮਝਾਉਂਦੇ ਇਹ ਨੇ ਕਿ ਬਹੁਤ ਚੰਗੀ ਗੱਲ ਹੈ, ਤੇਰੇ ਅੰਦਰ ਇਹ ਭਾਵਨਾ ਹੈ ਕਿ ਮੈਂ ਉਸ ਪਰਮਾਤਮਾ ਨਾਲ ਜੁੜਨਾ ਹੈ। ਤੇ ਜਦੋਂ ਮਾਲਕ ਨਾਲ ਜੁੜਨਾ ਹੈ ਨਾ, ਤੇ ਫਿਰ ਧਿਆਨ ਰੱਖ, ਤੂੰ ਜਿਸ ਮਾਰਗ ਤੇ ਚੱਲਣਾ ਹੈ ਉਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਅਨੁਸਾਰ ਚੱਲਣਾ ਸ਼ੁਰੂ ਕਰ। ਸੋ ਸਤਿਗੁਰੂ ਮਹਾਰਾਜ ਨੇ ਅੱਜ ਸਾਰੀ ਅਸ਼ਟਪਦੀ ਦੇ ਅੰਦਰ ਇਹਨਾਂ ਕਰਮਾਂ ਦਾ ਜ਼ਿਕਰ ਕੀਤਾ ਕਿ ਬੰਦਾ ਧਰਮ ਦੀ ਦੁਨੀਆ ਦੇ ਵਿੱਚ ਧਰਮ ਕਮਾਉਣ ਲਈ ਤੁਰਿਆ ਤੇ ਇਹਨੇ ਯਤਨ ਕਈ ਕਰ ਲਏ। ਇੱਕ ਬੇਨਤੀ ਹੋਰ ਕਰਾਂ, ਇੱਕ ਪਿਆਰਿਓ ਉਹ ਵਡਭਾਗਾ ਗੁਰਸਿੱਖ ਹੈ ਜਿਹਦੇ ਤੇ ਗੁਰੂ ਦੀਆਂ ਬਖਸ਼ਿਸ਼ਾਂ ਤੇ ਰਹਿਮਤਾਂ ਹੋ ਗਈਆਂ। ਗੁਰੂ ਕੋਲੇ ਆਇਆ, ਗੁਰੂ ਦੀ ਮੱਤ ਨੂੰ ਧਾਰਨ ਕੀਤਾ, ਗੁਰੂ ਦੀ ਮੱਤ ਜੀਵਨ ਵਿੱਚ ਆ ਗਈ ਤੇ ਨਾਮ ਹਿਰਦੇ ਵਿੱਚ ਵਸ ਗਿਆ। ਆਪਾਂ ਬਚਨ ਪੜ੍ਹਦੇ ਆ, ਸਤ ਗੁਰ ਕੀ ਜਿਸ ਨੋ ਮਤ ਆਵੈ ਸੋ ਸਤਗੁਰ ਮਾਹੇ ਸਮਾਨਾ। ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰ ਨਾਮਾ। ਇੱਕ ਉਹ ਹੈ ਜਿਹੜਾ ਗੁਰੂ ਨਾਲ ਟੁੱਟਿਆ, ਔਰ ਜਦੋਂ ਇਹਦੀ ਗੱਲ ਪਾਵਨ ਬਾਣੀ 'ਚ ਮਹਾਰਾਜ ਨੇ ਕੀਤੀ ਤੇ ਮਹਾਰਾਜ ਨੇ ਸ਼ਬਦ ਵਰਤਿਆ ਸਾਖਤ, ਬਾਣੀ ਤੋਂ ਟੁੱਟਿਆ ਹੋਇਆ। ਤੇ ਧਿਆਨ ਰੱਖਣਾ ਪਿਆਰਿਓ, ਇੱਕ ਉਹ ਹੈ ਵਡਭਾਗਾ ਹੈ, ਗੁਰੂ ਕੋਲੇ ਆਇਆ, ਗੁਰਸਿੱਖ ਹੈ, ਗੁਰੂ ਦੀ ਮੱਤ ਧਾਰਨ ਕੀਤੀ ਹੈ। ਦੂਸਰਾ ਉਹ ਹੈ ਜਿਹੜਾ ਟੁੱਟਿਆ ਹੋਇਆ ਹੈ। ਪਰ ਹਾਂ, ਉਸ ਟੁੱਟੇ ਹੋਏ ਤੇ ਵੀ ਜੇ ਗੁਰੂ ਦੀ ਰਹਿਮਤ ਹੋ ਜਾਏ, ਗੁਰੂ ਦੀ ਰਹਿਮਤ ਤੇ ਬਖਸ਼ਿਸ਼ਾਂ ਹੋ ਜਾਣ ਤੇ ਟੁੱਟਿਆ ਵੀ ਜੁੜ ਜਾਂਦਾ ਹੈ। ਇਤਿਹਾਸ 'ਚ ਬੇਅੰਤ ਐਸੀਆਂ ਘਟਨਾਵਾਂ ਅਸੀਂ ਪੜ੍ਹਦੇ ਹਾਂ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਰਹਿਮਤ ਕੀਤੀ ਤੇ ਸੱਜਣ ਵਰਗੇ ਜਿਹੜੇ ਉਜੜ ਰਾਹ ਪਏ ਹੋਏ ਸੀ,
ਮਹਾਰਾਜ ਨੇ ਰਹਿਮਤਾਂ ਕੀਤੀਆਂ ਤੇ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਗੁਰੂ ਸ਼ਬਦ ਨਾਲ ਉਹਨਾਂ ਦੇ ਜੀਵਨ 'ਚ ਤਬਦੀਲੀ ਹੋ ਗਈ। ਕਹਿਣ ਤੋਂ ਭਾਵ ਟੁੱਟੇ ਹੋਏ ਦੇ ਜੁੜਨ ਦੀ ਵੀ ਆਸ ਹੈ। ਪਰ ਇੱਕ ਉਹ ਮਨੁੱਖ ਹੈ ਜਿਹੜਾ ਧਰਮ ਕਮਾ ਰਿਹਾ ਹੈ ਆਪਣੀ ਸੋਚ ਮੁਤਾਬਕ, ਪਰ ਜਿਹੜੇ ਉਹ ਕਰਮ ਕਰੀ ਜਾ ਰਿਹਾ ਹੈ ਉਹ ਕਰਮ ਦਾ ਗੁਰਬਾਣੀ ਜਾਂ ਗੁਰੂ ਦੀ ਮੱਤ ਨਾਲ ਕੋਈ ਵਾਹ ਵਾਸਤਾ ਹੀ ਨਹੀਂ ਹੈ। ਸਤਿਗੁਰੂ ਮਹਾਰਾਜ ਜੀ ਦਾ ਇੱਕ ਬੜਾ ਪਿਆਰਾ ਬਚਨ ਆਪਾਂ ਪੜ੍ਹਦੇ ਹਾਂ। ਮਹਾਰਾਜ ਬਖਸ਼ਿਸ਼ ਕਰਦੇ, ਕਹੋ ਗੁਸਾਈ ਮਿਲਿਆ ਕੇ ਜੋ ਬਿਵਰਜਤ ਤਿਸ ਸੁਨੇ, ਝੂਠ ਬਾਤ ਸੱਚ ਕਰ ਜਾਤੀ, ਸਤ ਹੋਵਨ ਮਨ ਲੱਗੈ ਨਾ ਰਾਤੀ, ਬਾਵੈ ਮਾਰਗ ਟੇਢੇ ਚੱਲਣਾ, ਸਿੱਧਾ ਛੋੜ ਅਪੂਠਾ ਬੁਨਣਾ। ਕਹਿਣ ਤੋਂ ਭਾਵ ਗੁਰੂ ਜਿਹੜੇ ਕਰਮਾਂ ਤੋਂ ਰੋਕਿਆ ਇਹ ਕਰੀ ਜਾ ਰਿਹਾ ਹੈ। ਭਾਵਨਾ ਚੰਗੀ ਹੈ ਵੀ ਮੈਂ ਰੱਬ ਨਾਲ ਜੁੜਨਾ ਹੈ, ਪਰ ਗੁਰੂ ਤੋਂ ਪੁੱਛਿਆ ਨੇ ਵੀ ਮਹਾਰਾਜ ਆਹ ਕੀਤਾ ਕਰਮ ਤੁਹਾਡੇ ਨਾਲ ਮੈਨੂੰ ਜੋੜ ਦੇਗਾ। ਹੁਣ ਆਪਣੇ ਵੱਲੋਂ ਜਿਹੜੀ ਪ੍ਰੈਕਟਿਸ ਹੋ ਰਹੀ ਹੈ ਉਹ ਹੋ ਰਹੀ ਹੈ ਰੱਬ ਦੀ ਪ੍ਰਾਪਤੀ ਲਈ ਵੀ ਮੈਂ ਆਹ ਕਰਮ ਕਰ ਰਿਹਾ ਤੇ ਬਹੁਤ ਚੰਗਾ ਹੈ, ਪਰ ਅਸਲੀਅਤ ਹੈ ਕਿ ਗੁਰੂ ਉਹਨਾਂ ਕਰਮਾਂ ਤੋਂ ਰੋਕਦਾ ਹੈ ਤੇ ਐਸਾ ਮਨੁੱਖ ਭਰਮ ਵਿੱਚ ਫਸ ਜਾਂਦਾ ਹੈ। ਸਾਰੀ ਜ਼ਿੰਦਗੀ ਆਹਰ ਤੇ ਯਤਨ ਕਰਦੇ ਰਹਿੰਦਾ ਹੈ ਤੇ ਮਹਾਰਾਜ ਜੀ ਕਹਿਣ ਲੱਗੇ ਕਿ ਉਹ ਫਿਰ ਯਾਦ ਰੱਖ ਲੈਣਾ ਉਹਦੀ ਪ੍ਰੈਕਟਿਸ ਹੋ ਰਹੀ ਹੈ, ਮਿਹਨਤ ਹੋ ਰਹੀ ਹੈ, ਪਰ ਉਹਦੇ ਵਿੱਚ ਉਹਨੂੰ ਕੁਝ ਪ੍ਰਾਪਤ ਨਹੀਂ ਹੋਏਗਾ। ਸਤਿਗੁਰੂ ਮਹਾਰਾਜ ਨੇ ਅੱਜ ਇਹੀ ਜ਼ਿਕਰ ਕੀਤਾ ਕਿ ਸਿਰੇ ਦੀ ਗੱਲ ਤਾਂ ਇਹ ਸੀ ਕਿ ਇਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਗੁਰੂ ਸ਼ਬਦ ਦੀ ਪਛਾਣ ਕਰਦਾ, ਇੱਧਰ ਉੱਧਰ ਦੀਆਂ ਗੱਲਾਂ ਨਹੀਂ। ਕਿਸੇ ਨੂੰ ਨਹੀਂ ਪੁੱਛਣਾ ਮੈਂ ਧਰਮ ਕਮਾਉਣਾ ਤੇ ਕੀ ਕਰਾਂ। ਤੂੰ ਗੁਰੂ ਕੋਲੇ ਆ, ਬਾਣੀ ਨੂੰ ਪੜ੍ਹ, ਬਾਣੀ ਨੂੰ ਸਮਝ ਤੇ ਗੁਰੂ ਦੇ ਕਹੇ ਹੋਏ ਮਾਰਗ ਤੇ ਚੱਲਣਾ ਸ਼ੁਰੂ ਕਰ ਦੇ। ਆਸੇ ਪਾਸੇ ਦੀਆਂ ਗੱਲਾਂ ਨੂੰ ਲਾਂਭੇ ਕਰ ਦੇ, ਚਤਰਾਈਆਂ ਸਿਆਣਪਾਂ ਨੂੰ ਛੱਡ ਦੇ। ਗੁਰੂ ਕੋਲੇ ਆ ਕੇ ਆਤਮ ਸਮਰਪਣ ਕਰ ਦੇਣਾ, ਝੁਕ ਜਾਣਾ ਤੇ ਇਸ ਮਤ ਰੂਪੀ ਭਾਂਡੇ ਵਿੱਚ ਗੁਰੂ ਦੀ ਮਤ ਦਾ ਪ੍ਰਕਾਸ਼ ਹੋ ਜਾਣਾ। ਫਿਰ ਤੇ ਮਨੁੱਖ ਦਾ ਜੀਵਨ ਧਰਮੀ ਬਣ ਜਾਂਦਾ ਹੈ। ਨਹੀਂ ਤੇ ਕਈ ਵਾਰ ਮਹਾਰਾਜ ਕਹਿੰਦੇ ਨੇ ਹਾਲਾਤ ਇਹੋ ਜਿਹੀ ਬਣ ਜਾਂਦੀ ਹੈ ਕਿ ਜਿਵੇਂ ਬੰਦਾ ਸੱਪ ਲੰਘ ਜਾਏ ਤੇ ਖੁੱਡ ਨੂੰ ਕੁੱਟੀ ਜਾਏ, ਲੀਕਾਂ ਨੂੰ ਕੁੱਟੀ ਜਾਏ ਤੇ ਫਿਰ ਕਦੀ ਵੀ ਕੋਈ ਪ੍ਰਾਪਤੀ ਨਹੀਂ ਹੁੰਦੀ। ਵਰਮੀ ਮਾਰੀ ਸਾਪ ਨਾ ਮੂਆ। ਮਹਾਰਾਜ ਕਹਿ ਲਗੇ ਇਹ ਕਰਮ ਕਰੀ ਜਾਣੇ ਪਰ ਜੀਵਨ ਵਿੱਚ ਕੋਈ ਤਬਦੀਲੀ ਨਾ ਆਉਣੀ, ਗੁਣਾਂ ਦਾ ਧਾਰਨ ਨਾ ਹੋਣਾ ਤੇ ਕਰਮ ਵੀ ਉਹ ਕਰੀ ਜਾਣੇ ਜਿਨ੍ਹਾਂ ਦਾ ਧਰਮ ਨਾਲ ਵਾਹ ਵਾਸਤਾ ਨਹੀਂ। ਤਾਂ ਸਤਿਗੁਰੂ ਕਹਿ ਲਗੇ ਯਾਦ ਰੱਖ ਲਈ ਇਹਨਾਂ ਕਰਮਾਂ ਨਾਲ ਕੋਈ ਵੀ ਪ੍ਰਾਪਤੀ ਨਹੀਂ ਹੋਏਗੀ। ਇੱਕ ਬੇਨਤੀ ਮੈਂ ਹੋਰ ਕਰਾਂ ਪਿਆਰਿਓ, ਜਿਸ ਵੇਲੇ ਆਪਾਂ ਬਾਣੀ ਨੂੰ ਪੜਾਂਗੇ ਨਾ ਜੀ, ਤਾਂ ਪਾਵਨ ਬਾਣੀ ਵਿੱਚ ਸਤਿਗੁਰੂ ਮਹਾਰਾਜ ਨੇ ਕਈ ਮਤਾਂ ਦੇ ਸ਼ਬਦ ਵਰਤੇ ਨੇ। ਜਿਵੇਂ ਅੱਜ ਦੀ ਅਸ਼ਟਪਦੀ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜੋਗ ਮਤ ਦੀ ਗੱਲ ਵੀ ਕੀਤੀ ਹੈ। ਸਤਿਗੁਰੂ ਮਹਾਰਾਜ ਨੇ ਅਨਮਤ ਹੋਰ ਧਰਮਾਂ ਦੇ ਸ਼ਬਦ ਜ਼ਰੂਰ ਵਰਤੇ ਨੇ, ਪਰ ਧਿਆਨ ਰੱਖਣਾ ਜਦੋਂ ਉਹਨਾਂ ਦੇ ਅਰਥ ਕੀਤੇ ਨੇ ਨਾ ਜੀ, ਤੇ ਅਰਥ ਉਹਨਾਂ ਵਾਲੇ ਨਹੀਂ, ਅਰਥ ਸਾਡੇ ਆਪਣੇ ਗੁਰਮਤ ਵਾਲੇ ਨਵੀਕਲੇ ਨੇ। ਸ਼ਬਦ ਆਇਆ ਜੋਗ, ਤੇ ਜੋਗ ਸ਼ਬਦ ਇਹ ਜੋਗ ਮਤ ਦਾ ਹੈ। ਔਰ ਜਦੋਂ ਕਿਸੇ ਜੋਗੀ ਨੂੰ ਪੁੱਛੋ ਕਿ ਜੋਗ ਕੀ ਹੈ ਤੇ ਉਹ ਆਖੇਗਾ ਜੀ ਘਰ ਬਾਰ ਛੱਡ ਦੇਣਾ, ਹੱਥ 'ਚ ਖੱਪਰ ਫੜ ਲੈਣਾ, ਜਟਾਵਾਂ ਵਧਾ ਲੈਣੀਆਂ, ਕੰਨਾਂ 'ਚ ਮੁੰਦਰਾਂ ਪਾ ਲੈਣੀਆਂ ਤੇ ਸਵਾਹ ਮਲ ਕੇ ਤੁਰੇ ਫਿਰਨਾ, ਇਹ ਜੋਗ ਕਮਾਉਣਾ ਹੈ। ਪਰ ਜਿਸ ਵੇਲੇ ਆਪ ਗੁਰਮਤ ਨੂੰ ਪੁੱਛੋਗੇ ਤੇ ਮਹਾਰਾਜ ਜੀ ਨੇ ਤੇ ਬੜਾ ਪਿਆਰਾ ਬਚਨ ਕਰਕੇ ਸਮਝਾ ਦਿੱਤਾ, ਜੋਗ ਨਾ ਖਿੰਥ ਹੈ, ਜੋਗ ਨਾ ਡੰਡਾ ਹੈ, ਜੋਗ ਨਾ ਭਸਮ ਚੜਾਈਐ, ਜੋਗ ਨਾ ਮੁੰਡੀ ਮੂੰਡ ਮੰਡਾਇਐ, ਜੋਗ ਨਾ ਸਿੰਘੀ ਵਾਈਐ, ਅੰਜਨ ਮਾਹੇ ਨਿਰੰਜਨ ਰਹੀਐ, ਜੋਗ ਜੁਗਤ ਇਮ ਪਾਈਐ। ਗੁਰਮਤ ਦਾ ਜੋਗ, ਜੋਗ ਦਾ ਅਰਥ ਵੀ ਮਿਲਾਪ ਹੈ ਤੇ ਗੁਰਮਤ ਦਾ ਜੋਗ ਤਨ ਤੋਂ ਕੱਪੜੇ ਲਾ ਲੈਣੇ, ਹੱਥ 'ਚ ਖੱਪਰ ਫੜ ਲੈਣਾ ਨਹੀਂ, ਸੰਸਾਰ ਦਾ ਤਿਆਗ ਕਰ ਦੇਣਾ ਨਹੀਂ, ਮਾਲਕ ਵਾਹਿਗੁਰੂ ਦੇ ਚਰਨਾਂ ਨਾਲ ਜੁੜਨਾ, ਸੰਸਾਰ 'ਚ ਰਹਿ ਕੇ ਤੇ ਨਿਰੰਕਾਰ ਦੀ ਪ੍ਰਾਪਤੀ ਕਰਨੀ, ਇਹ ਗੁਰਮਤ ਦਾ ਜੋਗ ਹੈ। ਮਹਾਰਾਜ ਜੀ ਸਤਿਗੁਰੂ ਜੀ ਨੇ
ਅੱਜ ਦੀ ਅਸ਼ਟਪਦੀ ਅੰਦਰ ਅਸਲ ਗੁਰਮਤ ਦਾ ਜੋਗ ਮਿਲਾਪ ਕਿਵੇਂ ਹੈ, ਮਹਾਰਾਜ ਨੇ ਉਹ ਵੀ ਜ਼ਿਕਰ ਕੀਤਾ। ਤੇ ਲੋਕ ਧਰਮ ਦੀ ਸੋਚ ਲੈ ਕੇ ਪਰਮੇਸ਼ਰ ਦੀ ਪ੍ਰਾਪਤੀ ਲਈ ਤੁਰੇ, ਕਰਮ ਕੀਤੇ, ਪਰ ਉਹਨਾਂ ਕਰਮਾਂ ਤੋਂ ਪ੍ਰਾਪਤੀ ਕੁਝ ਨਹੀਂ ਹੋਈ। ਮਹਾਰਾਜ ਨੇ ਉਹ ਜ਼ਿਕਰ ਸਤਿਗੁਰੂ ਜੀ ਕਰ ਰਹੇ ਨੇ। ਤੇ ਮਹਾਰਾਜ ਨੇ ਪਹਿਲਾ ਜ਼ਿਕਰ ਕੀਤਾ ਜਿਨ੍ਹਾਂ ਨੇ ਕੇਵਲ ਤੇ ਕੇਵਲ ਧਰਮ ਗ੍ਰੰਥਾਂ ਦੇ ਪਾਠ ਕਰ ਲਏ, ਬਹੁਤ ਪਾਠ ਕੀਤੇ, ਪਰ ਮਹਾਰਾਜ ਕਹਿ ਲਗੇ ਹੋਇਆ ਕਿ ਜੀਵਨ ਵਿੱਚ ਕੋਈ ਪ੍ਰਾਪਤੀ ਨਹੀਂ ਹੋਈ। ਇੱਕ ਬੇਨਤੀ ਕਰਾਂ, ਬਾਣੀ ਪੜ੍ਹਨਾ ਬਹੁਤ ਚੰਗਾ ਤੇ ਉੱਤਮ ਕਰਮ ਹੈ, ਔਰ ਜਿੰਨਾ ਵੀ ਬਾਣੀ ਨੂੰ ਪੜ੍ਹਿਆ ਜਾਏ ਪਿਆਰਿਓ ਊਨੀ ਘੱਟ ਹੈ। ਗੁਰਮਤਿ ਦੀ ਦੁਨੀਆ ਦੇ ਵਿੱਚ ਪਹਿਲਾ ਪੜਾਅ ਬਾਣੀ ਨੂੰ ਪੜ੍ਹਨਾ ਹੈ ਤੇ ਦੂਸਰਾ ਪੜਾਅ ਗੁਰਬਾਣੀ ਦੇ ਭਾਵ ਅਰਥਾਂ ਨੂੰ ਸਮਝਣਾ ਹੈ। ਤੀਸਰਾ ਪੜਾਅ ਫਿਰ ਭਾਵਨ ਬਾਣੀ ਨੂੰ ਸਮਝ ਕੇ ਮਨ 'ਚ ਵਿਚਾਰ ਕੇ ਉਹਨੂੰ ਜੀਵਨ ਵਿੱਚ ਧਾਰਨ ਕਰ ਲੈਣਾ ਹੈ। ਆਪਾਂ ਰੋਜ਼ ਬਚਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਿਤਨੇਮ ਦੇ ਅੰਦਰ ਪੜ੍ਹਦੇ ਹਾਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਬਖਸ਼ਿਸ਼ ਕਰਦੇ ਨੇ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਪਰ ਜੇ ਧਰਮ ਗ੍ਰੰਥ ਪੜ੍ਹ ਲਏ, ਬੜੇ ਪਾਠ ਕਰ ਲਏ, ਪਰ ਅੰਦਰ ਹੰਕਾਰ ਬਣ ਗਿਆ, ਮੈਂ ਇੰਨੇ ਕਰ ਲਏ, ਗਿਣਤੀਆਂ ਮਿੰਤੀਆਂ ਦੇ ਪੈ ਗਿਆ ਵੀ ਮੈਂ ਇੰਨੇ ਕਰ ਲਏ, ਔਰ ਜਿਹੜੀ ਉਹ ਸੁਤਾ ਹੈ ਉਹ ਕੇਵਲ ਤੇ ਕੇਵਲ ਗਿਣਤੀਆਂ ਮਿੰਤੀਆਂ 'ਚ ਟਿਕ ਗਈ, ਨਾਮ 'ਚ ਨਾ ਜੁੜੀ, ਤੇ ਮਹਾਰਾਜ ਕਹਿ ਲਗੇ ਖੁੰਝ ਗਿਆ। ਸਤਿਗੁਰੂ ਮਹਾਰਾਜ ਨੇ ਮਟਣ ਦੀ ਧਰਤੀ ਤੇ ਬ੍ਰਹਮਦਾਸ ਨੂੰ ਇਹੀ ਸਮਝਾਇਆ ਸੀ ਕਿ ਬ੍ਰਹਮਦਾਸ ਬਹੁਤ ਚੰਗੀ ਗੱਲ ਹੈ ਧਰਮ ਗ੍ਰੰਥਾਂ ਦਾ ਗਿਆਨ ਲੈਣਾ, ਤੇ ਯਾਦ ਰੱਖ ਲਈ ਗਿਆਨ ਇੱਕ ਦੀਵਾ ਆ ਤੇ ਦੀਵਾ ਚਾਨਣ ਦਿੰਦਾ ਹੈ, ਪਰ ਜਦੋਂ ਦੀਵੇ ਦੀ ਅੱਗ ਕੰਟਰੋਲ ਤੋਂ ਬਾਹਰ ਹੋ ਜਾਏ ਤੇ ਘਰ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ। ਇਵੇਂ ਧਰਮ ਗ੍ਰੰਥਾਂ ਦੀ ਜਾਣਕਾਰੀ ਲੈ ਲੈਣੀ, ਬਾਣੀ ਪੜ੍ਹ ਲੈਣੀ ਬਹੁਤ ਚੰਗੀ ਹੈ, ਪਰ ਜੇ ਅੰਦਰ ਅਹੰ ਆ ਗਿਆ, ਹਉ ਆ ਗਈ, ਮੈਂ ਬਹੁਤ ਪਾਠ ਕੀਤੇ, ਮੈਂ ਇੰਨੇ ਕਰ ਲਏ, ਤੇ ਸਤਿਗੁਰੂ ਮਹਾਰਾਜ ਕਹਿ ਲਗੇ ਯਾਦ ਰੱਖ ਲਈ ਜੇ ਤੂੰ ਇਹਨਾਂ ਗਿਣਤੀਆਂ ਮਿੰਤੀਆਂ 'ਚ ਪੈ ਗਿਆ ਤੇ ਜਦੋਂ ਰੱਬ ਨੇ ਤੇਰਾ ਲੇਖਾ ਕੀਤਾ ਉਦਣ ਕੀ ਬਣੇਗਾ, ਸੋਚ ਲਈ। ਇਸੇ ਕਰਕੇ ਮਹਾਰਾਜ ਕਹਿੰਦੇ ਲੇਖਾ ਕਤੈ ਨਾ ਛੂਟੀਐ, ਖਿਨ ਖਿਨ ਭੁੱਲਣਹਾਰ, ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਤਾਂ ਸਤਿਗੁਰੂ ਮਹਾਰਾਜ ਜੀ ਨੇ ਰਹਿਮਤਾਂ ਕੀਤੀਆਂ, ਕਹਿਣ ਲੱਗੇ ਕਿ ਪਾਠ ਵੀ ਪੜ੍ਹੇ, ਧਰਮ ਗ੍ਰੰਥਾਂ ਦੀ ਵਿਚਾਰ ਵੀ ਕੀਤੀ, ਨਿਵਲ ਭੁਅੰਗਮ ਸਾਧੇ। ਨਿਵਲ ਦਾ ਅਰਥ ਇਹ ਵੀ ਜੋਗ ਮਤ ਦੇ ਅੰਦਰ ਹੈ ਕਿ ਆਪਣੇ ਹੱਥ ਗੋਡਿਆਂ ਤੇ ਧਰ ਕੇ ਸਾਹ ਲੈ ਕੇ ਆਪਣੀਆਂ ਅੰਤੜੀਆਂ ਨੂੰ ਘੁਮਾ ਲੈਣਾ, ਅਜਿਹੇ ਕਰਮ ਕਰਨੇ। ਭੁਅੰਗਮ ਦਾ ਅਰਥ, ਭੁਅੰਗਮ ਸ਼ਬਦ ਹੈ ਭੁਅੰਗ ਤੋਂ ਭਾਵ ਸੱਪ, ਕਿ ਜਿਹੜੀ ਇੱਕ ਕੁੰਡਲਨੀ ਨਾੜੀ ਹੁੰਦੀ ਹੈ ਉਹਦੀ ਜਿਹੜੀ ਸ਼ਕਲ ਹੈ ਦੇਖਾ ਉਹ ਸੱਪ ਵਰਗੀ ਹੁੰਦੀ ਹੈ। ਮਹਾਰਾਜ ਕਹਿਣ ਲੱਗੇ ਕਿ ਅਜਿਹੇ ਕਈ ਕਰਮ ਵੀ ਪਾਠ ਪੜ੍ਹ ਲਏ, ਧਰਮ ਗ੍ਰੰਥਾਂ ਦੀ ਵਿਚਾਰ ਵੀ ਕਰ ਲਈ, ਤੇ ਜੋਗ ਮਤ ਦੇ ਨਿਵਲੀ ਕਰਮ ਤੇ ਹੋਰ ਕੁੰਡਲਨੀ ਨਾੜੀ ਇੱਕ ਥਾਈਂ ਸਾਹ ਟਕਾ ਲੈਣੇ, ਅਜਿਹੇ ਕਈ ਤਰ੍ਹਾਂ ਦੇ ਕਰਮ ਕੀਤੇ। ਪੰਜ ਜਨਾ ਸਿਓ ਸੰਗ ਨਾ ਛੁਟਕਿਓ, ਅਦਿਕ ਅਹੰਗ ਬੁੱਧ ਬਾਧੇ। ਤੇ ਮਹਾਰਾਜ ਕਹਿ ਲਗੇ ਹੋਇਆ ਕਿ ਇਹ ਕਰਮ ਕਰਕੇ ਤੇ ਅੰਦਰ ਅਹੰ ਹੰਕਾਰ ਉਸੇ ਤਰ੍ਹਾਂ ਵੱਧਦਾ ਗਿਆ, ਵਕਾਰ ਨਹੀਂ ਖਤਮ ਹੋਏ। ਚਾਹੀਦਾ ਤਾਂ ਇਹ ਸੀ ਕਿ ਅੰਦਰ ਦੀ ਹਉਮੈ ਨੂੰ, ਅੰਦਰ ਦੇ ਕਾਮ ਨੂੰ ਇਹਨੂੰ ਵਸ ਵਿੱਚ ਕਰ ਲੈਂਦਾ, ਵਿਗੜਿਆ ਲੋਭ ਤੇ ਵਿਗੜਿਆ ਕ੍ਰੋਧ ਤੇਰੇ ਵਸ ਵਿੱਚ ਆ ਜਾਂਦਾ, ਪਰ ਹੋਇਆ ਕਿ ਮਹਾਰਾਜ ਕਹਿਣ ਲੱਗੇ ਇਹਨਾਂ ਨਾਲ ਸੰਗ ਇਵੇਂ ਹੀ ਜੁੜਿਆ ਹੋਇਆ ਹੈ। ਆਪਾਂ ਪੜ੍ਹਦੇ ਹਾਂ ਜੀ ਕਿ ਜਦੋਂ ਭਰਥਰੀ ਜੋਗੀ 12 ਸਾਲ ਜੰਗਲ ਵਿੱਚ ਰਿਹਾ, ਤਪ ਕੀਤਾ, ਤੇ ਹੋਇਆ ਕਿ ਜਦੋਂ ਬਾਹਰ ਨਿਕਲਿਆ ਤੇ ਕਿਸੇ ਨੇ ਪਾਨ ਖਾ ਕੇ ਤੇ ਥੁੱਕਿਆ ਹੋਇਆ ਸੀ, ਤੇ ਉਹਦੇ ਉੱਤੇ ਸੂਰਜ ਦੀਆਂ ਕਿਰਨਾਂ ਪੈ ਰਹੀਆਂ ਸੀ, ਤੇ ਉਹਨੇ ਸੋਚਿਆ ਵੀ ਸ਼ਾਇਦ ਕੋਈ ਕੀਮਤੀ ਹੀਰਾ ਤੇ ਲਾਲ ਹੈ। ਉਹਨੂੰ ਹੱਥ ਪਾਇਆ ਤੇ ਉਸ ਥੁੱਕ ਦੇ ਨਾਲ ਆਪਣੇ ਹੱਥ ਗੰਦੇ ਕਰ ਲਏ, ਤੇ ਫਿਰ ਮੱਥੇ ਤੇ ਹੱਥ ਮਾਰਿਆ। ਮਣਾ 12 ਸਾਲ ਤਪ ਵੀ ਕੀਤਾ, ਸਾਰਾ ਘਰ-ਬਾਰ ਰਾਜ ਵੀ ਛੱਡਿਆ, ਤੇ ਹੋਇਆ ਕਿ 12 ਸਾਲ ਬਾਅਦ ਕੋਈ ਵੀ ਪ੍ਰਾਪਤੀ ਨਹੀਂ। ਪੰਜ ਜਨਾ ਸਿਓ ਸੰਗ ਨਾ ਛੁਟਕਿਓ, ਉਸੇ ਤਰ੍ਹਾਂ ਅੰਦਰ ਪਏ।
ਤਾਂ ਮਹਾਰਾਜ ਕਹਿ ਲਗੇ ਅਧਿਕ ਅਹੰ ਬੁੱਧ ਬਾਧੇ, ਸਗੋਂ ਇਹਦੇ ਨਾਲ ਹੋਰ ਹੰਕਾਰ ਤੇ ਮੈਲ ਵੱਧ ਗਈ। ਪਿਆਰੇ ਇਨ ਬਿਦ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਰਹਿਮਤਾਂ ਕੀਤੀਆਂ, ਪਿਆਰੇ ਜੇ ਇਹਨਾਂ ਕਰਮਾਂ ਨੂੰ ਕਰੀ ਜਾਏਗਾ ਤੇ ਯਾਦ ਰੱਖ ਲਈ ਮਾਲਕ ਨਾਲ ਮੇਲ ਨਹੀਂ ਹੋਏਗਾ। ਪਿਆਰੇ ਇਨ ਬਿਦ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾ। ਸਤਿਗੁਰੂ ਮਹਾਰਾਜ ਜੀ ਦੀ ਜਿਸ ਵੇਲੇ ਅਸੀਂ ਪਾਵਨ ਬਾਣੀ ਨੂੰ ਪੜ੍ਹੀਏ, ਇਹ ਵੀ ਧੰਨ ਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ 10 ਸਰੂਪਾਂ ਦਾ ਇਹ ਵੱਡਪਨ ਹੈ ਜੀ। ਜਦੋਂ ਮਹਾਰਾਜ ਸਾਡੇ ਤੇ ਰਹਿਮਤ ਕਰਦੇ ਨੇ, ਸਾਨੂੰ ਸਮਝਾਉਂਦੇ ਨੇ ਤੇ ਮਹਾਰਾਜ ਆਪਣੀ ਗੱਲ ਕਰਦੇ ਨੇ। ਔਰ ਇਵੇਂ ਹੀ ਮਹਾਰਾਜ ਕਹਿਣ ਲੱਗੇ ਵੀ ਮੈਂ ਕਈ ਤਰ੍ਹਾਂ ਦੇ ਕਰਮ ਕੀਤੇ, ਪਰ ਫਿਰ ਵੀ ਉਹ ਮਾਲਕ ਨਾਲ ਮੇਲ ਨਹੀਂ ਹੋਇਆ। ਹਾਰ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਬਵੇਕਾ। ਹਾਰ ਕੇ ਥੱਕ ਟੁੱਟ ਕੇ ਹੁਣ ਮਾਲਕ ਵਾਹਿਗੁਰੂ ਮੈਂ ਤੁਹਾਡੀ ਸ਼ਰਨ ਵਿੱਚ ਆਇਆ, ਤੇ ਸਤਿਗੁਰੂ ਕਿਰਪਾ ਕਰੋ। ਹਾਰ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਬਵੇਕਾ। ਮਾਲਕ ਵਾਹਿਗੁਰੂ ਕਿਰਪਾ ਕਰੋ, ਉਹ ਵਿਵੇਕ ਮਤ ਬਖਸ਼ ਦੇਵੋ। ਵਿਵੇਕ ਦਾ ਅਰਥ ਹੈ ਚੰਗੇ ਮੰਦੇ ਦੀ ਪਰਖ ਹੋ ਜਾਣੀ, ਗਲਤ ਕੀ ਹੈ ਸਹੀ ਕੀ ਹੈ ਇਹ ਸੋਝੀ ਹੋ ਜਾਣੀ। ਭਗਤ ਰਵਿਦਾਸ ਜੀ ਦਾ ਆਪਾਂ ਇੱਕ ਬਚਨ ਪੜ੍ਹਦੇ ਹਾਂ, ਜਿਹਦੇ ਵਿੱਚ ਉਹਨਾਂ ਨੇ ਸਮਝਾਇਆ, ਮ੍ਰਿਗ ਮੀਨ ਭਰਿੰਗ ਪਤੰਗ ਕੁੰਚਰ, ਏਕ ਦੋਖ ਵਿਨਾਸ਼, ਪੰਚ ਦੋਖ ਅਸਾਧ ਜਾਮੈ, ਤਾਂ ਕੀ ਕਿਤ ਕੇ ਆਸ, ਮਾਧੋ ਅਵਿਦਿਆ ਹਿਤ ਕੀਨ, ਵਿਵੇਕ ਦੀਪ ਮਲੀਨ। ਹੇ ਮਾਇਆ ਦੇ ਪਤੀ, ਹੇ ਪਰਮੇਸ਼ਰ, ਇਸ ਜੀਵ ਨੇ ਅਗਿਆਨਤਾ ਨਾਲ ਸਾਂਝ ਪਾ ਲਈ, ਤੇ ਹੋਇਆ ਕਿ ਇਹਦੇ ਅੰਦਰ ਚੰਗੇ ਮੰਦੇ ਦੀ ਪਰਖ ਵਾਲਾ ਦੀਵਾ ਮਲੀਨ ਹੋ ਗਿਆ। ਹੁਣ ਇਹਨੂੰ ਸਮਝ ਨਹੀਂ ਆਉਂਦੀ, ਤਾਂ ਮਹਾਰਾਜ ਜੀ ਦੇ ਕੋਲੇ ਆ ਕੇ ਇਹ ਬੇਨਤੀ ਸਾਨੂੰ ਕਰਨੀ ਚਾਹੀਦੀ ਹੈ, ਸਤਿਗੁਰੂ ਤੁਸੀਂ ਕਿਰਪਾ ਕਰੋ ਤੇ ਅਜਿਹੀ ਸੂਝ ਤੇ ਬੁੱਧ ਬਖਸ਼ ਦੇਵੋ, ਜਿਹਦੇ ਨਾਲ ਮੈਨੂੰ ਇਹ ਸਮਝ ਆਵੇ ਵੀ ਆਹ ਕੰਮ ਕੀਤਾ ਤੇ ਮੈਂ ਗੁਰੂ ਤੋਂ ਟੁੱਟ ਜਾਵਾਂਗਾ, ਆਹ ਕੰਮ ਕਰਾਂਗਾ ਤੇ ਮੈਂ ਗੁਰੂ ਨਾਲ ਜੁੜ ਜਾਵਾਂਗਾ। ਚੰਗੇ ਮੰਦੇ ਦੀ ਪਰਖ ਇਹ ਗੁਰਬਾਣੀ ਦੇ ਨਾਲ ਜੁੜਿਆ ਆਉਂਦੀ ਹੈ। ਇਸ ਕਰਕੇ ਮਹਾਰਾਜ ਕਹਿ ਲੱਗੇ, ਧਰਮ ਕਰਮ ਕਮਾਣੇ ਆ ਜਾਣ, ਧਰਮ ਦੇ ਨਾਂ ਤੇ ਕੇਵਲ ਭਰਮ ਹੀ ਨਾ ਕਮਾਉਂਦਾ ਰਹਾ। ਰਹਾਉ ਮੋਨ ਭਇਓ ਕਰ ਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ। ਮੋਨ ਭਇਓ ਭਾਵ ਜ਼ੁਬਾਨ ਬੰਦ ਕਰਕੇ ਬਹਿ ਗਿਆ। ਹਰ ਪੱਖ ਦੇ ਉੱਤੇ ਜੀ ਗੁਰਮਤ ਦਾ ਮਾਰਗ ਬੜਾ ਸੰਜਮ ਦਾ ਮਾਰਗ ਹੈ। ਇੱਥੇ ਨਾ ਤਿਆਗਣ ਦੀ ਗੱਲ ਹੈ ਤੇ ਨਾ ਖਚਤ ਹੋਣ ਦੀ ਗੱਲ ਹੈ। ਧਿਆਨ ਦੇਣਾ, ਜਿਵੇਂ ਨਾ ਡੁੱਬਣ ਲਈ ਵੀ ਪਾਣੀ ਦੀ ਲੋੜ ਹੈ, ਤੇ ਜੇ ਤੈਰਨਾ ਤੇ ਉਹਦੇ ਲਈ ਵੀ ਪਾਣੀ ਦੀ ਲੋੜ ਹੈ। ਬਸ ਫਰਕ ਇੰਨਾ ਹੈ, ਜਦੋਂ ਬੰਦਾ ਡੁੱਬਦਾ ਹੈ ਪਾਣੀ ਉਹਦੇ ਉੱਤੇ ਹੁੰਦਾ, ਉਹ ਪਾਣੀ ਦੇ ਥੱਲੇ ਹੈ। ਜਦੋਂ ਤੈਰਦਾ ਹੈ ਉਦੋਂ ਵੀ ਪਾਣੀ, ਪਰ ਫਰਕ ਇੰਨਾ, ਉਦੋਂ ਪਾਣੀ ਦੇ ਉੱਤੇ ਹੈ। ਨਾ ਤੇ ਮਹਾਰਾਜ ਇਹ ਕਹਿੰਦੇ ਤੂੰ ਚੁੱਪ ਹੋ ਕੇ ਬਹਿ, ਤੇ ਨਾ ਮਹਾਰਾਜ ਇਹ ਕਹਿੰਦੇ ਤੂੰ ਬਹੁਤਾ ਬੋਲ। ਆਪਾਂ ਬਚਨ ਪੜ੍ਹਦੇ ਹਾਂ, ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵਤਾਰ। ਬੋਲੇ ਨਾ ਹੀ ਹੋਏ ਬੈਠਾ ਮੋਨੀ, ਅੰਤਰ ਕਲਪ ਭਵਾਇਆ ਜੁਨੀ। ਕੀ ਹੋਇਆ? ਜ਼ੁਬਾਨ ਬੰਦ ਕਰ ਲਈ, ਕਿ ਤੇਰੇ ਅੰਦਰ ਦੇ ਫੁਰਨੇ ਬੰਦ ਹੋ ਗਏ। ਸੱਚ ਤਾਂ ਇਹ ਆ, ਬੰਦਾ ਕੱਲਾ ਬੈਠਾ ਜ਼ਿਆਦਾ ਬੋਲਦਾ ਹੈ। ਇਸ ਕਰਕੇ ਮਹਾਰਾਜ ਕਹਿ ਲੱਗੇ, ਅਜਿਹੇ ਕਰਮ ਕਿ ਮੈਂ ਜ਼ੁਬਾਨ ਬੰਦ ਕਰ ਲਵਾਂ, ਜਾਂ ਹਕਾਰ ਪਾਤੀ ਤੋਂ ਭਾਵ ਹੱਥ ਤੇ ਪ੍ਰਸ਼ਾਦਾ ਰੱਖ ਕੇ ਖਾਣਾ, ਕਿਸੇ ਭਾਂਡੇ ਦੀ ਵਰਤੋਂ ਨਾ ਕਰਨੀ, ਤੇ ਤਨ ਦੇ ਬਸਤਰ ਉਤਾਰ ਕੇ ਜੰਗਲਾਂ ਵਿੱਚ ਤੁਰਨੇ ਫਿਰਨਾ, ਅਜਿਹੇ ਕਰਮ ਕਰੀ ਜਾਣੇ। ਤਟ ਤੀਰਥ ਸਭ ਧਰਤੀ ਭ੍ਰਮਿਓ, ਦੁਬਿਧਾ ਛੁਟਕੈ ਨਾਹੀ। ਤੇ ਕਈ ਤੀਰਥ ਸਥਾਨਾਂ ਦੇ ਤਟਾਂ ਤੇ ਜਾ ਕੇ ਬਹਿ ਗਿਆ, ਸਾਰੀ ਧਰਤੀ ਦਾ ਭਰਮਣ ਕਰਦਾ ਰਿਹਾ, ਪਰ ਇਹਦੇ ਨਾਲ ਜੀਵਨ ਦੀ ਦੁਬਿਧਾ ਜਾਣ ਵਾਲੀ ਨਹੀਂ ਹੈ। ਮਨ ਕਾਮਨਾ ਤੀਰਥ ਜਾਏ ਬਸਿਓ,
ਸਿਰ ਕਰ ਵਤ ਤਰਾਏ। ਮਨ ਪਾਉਂਦੇ ਤੀਰਥ ਤੇ ਜਾ ਕੇ ਬਹਿ ਜਾਣਾ ਜਾਂ ਆਪਣੇ ਆਪ ਨੂੰ ਆਰੇ ਨਾਲ ਚਿਰਵਾ ਲੈਣਾ, ਅਜਿਹੇ ਕਈ ਯਤਨ ਕਰੀ ਜਾਣੇ। ਮਨ ਕੀ ਮੈਲ ਨ ਉਤਰੈ ਇਹ ਬਿਦ, ਜੇ ਲੱਖ ਯਤਨ ਕਰਾਏ। ਮਹਾਰਾਜ ਕਹਿ ਲਗੇ ਤੇਰੇ ਇਹਨਾਂ ਕਰਮਾਂ ਦੇ ਨਾਲ ਮਨ ਦੀ ਮੈਲ ਉਤਰਨ ਵਾਲੀ ਨਹੀਂ ਹੈ, ਭਾਵੇਂ ਲੱਖਾਂ ਹੀ ਅਜਿਹੇ ਕਰਮ ਕੀਤੇ ਜਾਣ। ਕਨਿਕ ਕਾਮਨੀ ਹੈ ਵਰ ਗੈਵਰ, ਬਹੁ ਵਿਦ ਦਾਨ ਦਾਤਾਰਾ। ਭਾਵੇਂ ਸੋਨਾ, ਇਸਤਰੀ ਅਤੇ ਹੋਰ ਕਈ ਤਰ੍ਹਾਂ ਦੇ ਦਾਨ ਜਿਹੜੇ ਨੇ ਉਹ ਅਰਪਣ ਕੀਤੇ ਜਾਣ। ਅੰਨ ਬਸਤਰ ਭੂਮ ਬਹੁ ਅਰਪੇ, ਨਹਿ ਮਿਲੀਐ ਹਰ ਦੁਆਰਾ। ਜਿਹੜਾ ਹੈ ਭੋਜਨ ਅਤੇ ਬਸਤਰ ਅਤੇ ਹੋਰ ਕਈ ਅਜਿਹੇ ਦਾਨ ਧਰਮ ਦੇ ਨਾਂ ਤੇ ਕਰੀ ਜਾਣੇ, ਇਹਦੇ ਨਾਲ ਮਹਾਰਾਜ ਕਹਿ ਲਗੇ ਪਰਮੇਸ਼ਰ ਦੇ ਰੱਬ ਦੀ ਪ੍ਰਾਪਤੀ ਨਹੀਂ ਹੈ। ਕਹਿਣ ਤੋਂ ਭਾਵ ਹੈ ਕਿ ਇਹ ਕਰਮ ਤੇ ਕਰੇ ਪਰ ਅੰਦਰ ਹੰਕਾਰ, ਮੈਂ ਇੰਨੇ ਦਾਨ ਦਿੱਤਾ, ਇੰਨਾ ਕੁਝ ਕਰ ਦਿੱਤਾ, ਜਾਂ ਅੰਦਰ ਜਿਹੜਾ ਹੈ ਹਉਮੈ ਵੱਧ ਗਈ, ਤਾਂ ਮਹਾਰਾਜ ਕਹਿ ਲਗੇ ਇਹਦੇ ਨਾਲ ਪ੍ਰਾਪਤੀ ਨਹੀਂ ਹੋਏਗੀ। ਪੂਜਾ ਅਰਚਾ ਬੰਧਨ ਡੰਡੋਤ, ਖਟ ਕਰਮਾ ਰਤ ਰਹਤਾ। ਸਤਿਗੁਰੂ ਮਹਾਰਾਜ ਕਹਿ ਲਗੇ ਹੋਰ ਪੂਜਾ ਕਰਨੀ, ਹੱਥ ਜੋੜ ਕੇ ਜਾਂ ਡੰਡੌਤਾਂ ਕਰਨੀਆਂ, ਰੱਬ ਦੀ ਪ੍ਰਾਪਤੀ ਲਈ ਬਾਹਰੀ ਤੌਰ ਤੇ ਕਈ ਯਤਨ ਕਰਦੇ ਰਹਿਣੇ। 6 ਕਰਮ ਦਾਨ ਦੇਣਾ ਤੇ ਲੈਣਾ, ਵਿਦਿਆ ਪੜ੍ਹਨੀ ਤੇ ਪੜਾਉਣੀ, ਜਗ ਕਰਨਾ ਤੇ ਕਰਾਉਣਾ, ਅਜਿਹੇ ਵੀ ਕਰਮ ਕਰੀ ਜਾਏ। ਹਉ ਹਉ ਕਰਤ ਬੰਧਨ ਮਹਿ ਪਰਿਆ, ਨਹਿ ਮਿਲੀਐ ਇਹ ਜੁਗਤਾ। ਇਹਦੇ ਨਾਲ ਤੇ ਸਗੋਂ ਬੰਦੇ ਅੰਦਰ ਹੋਰ ਹਉਮੈ ਆ ਗਈ ਕਿ ਮੈਂ ਪਾਠ ਕਰਦਾ ਹਾਂ, ਮੈਂ ਇੰਨਾ ਦਾਨ ਕਰ ਦਿੱਤਾ, ਤੇ ਮਹਾਰਾਜ ਜੀ ਕਹਿਣ ਲੱਗੇ ਇਹਦੇ ਨਾਲ ਜ਼ਿਆਦਾ ਬੰਧਨ ਪੈ ਗਏ। ਹਉ ਹਉ ਕਰਤ ਬੰਧਨ ਮੈਂ ਭਰਿਆ, ਨਾ ਮਿਲੀਐ ਇਹ ਜੁਗਤਾ। ਇਹਨਾਂ ਤਰੀਕਿਆਂ ਨਾਲ ਸਾਂਝ ਨਾ ਪਈ। ਜੋਗ ਸਿੱਧ ਆਸਨ 84, ਏ ਪੀ ਕਰ ਕਰ ਰਹਿਆ। ਜੋਗ ਮਤ ਦੇ ਆਸਣ ਜਿਹੜੇ 84 ਨੇ ਇਹ ਕਰ ਲੈਣੇ, ਤੇ ਹੋਰ ਕਈ ਤਰ੍ਹਾਂ ਦੇ ਯਤਨ ਕਰੀ ਜਾਣੇ। ਵੱਡੀ ਆਰਜਾ ਫਿਰ ਫਿਰ ਜਨਮੈ, ਹਰ ਸਿਉ ਸੰਗ ਨ ਗਹਿਆ। ਸਵਾਸ ਰੋਕ ਕੇ ਤੇ ਬੜਾ ਲੰਮੇਰਾ ਸਮਾਂ ਬਹਿ ਕੇ ਉਮਰਾਂ ਵਧਾ ਲੈਣੀਆਂ। ਮਹਾਰਾਜ ਕਹਿਣ ਲੱਗੇ ਇਹਦੇ ਨਾਲ ਵੀ ਪ੍ਰਾਪਤੀ ਪਰਮੇਸ਼ਰ ਦੀ ਨਹੀਂ ਹੁੰਦੀ। ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਫਾਰਾ। ਕੋਈ ਚੌਧਰ ਮਿਲ ਗਈ, ਕੋਈ ਰਾਜ ਮਿਲ ਗਿਆ, ਤੇ ਫਿਰ ਹੋਰ ਰਾਜ ਵਿੱਚ ਕਈ ਤਰ੍ਹਾਂ ਦੇ ਤਮਾਸ਼ੇ ਤੇ ਰੰਗ ਕਮਾਏ, ਤੇ ਮਹਾਰਾਜ ਕਹਿਣ ਲੱਗੇ ਹੁਕਮ ਕੀਤੇ ਕੋਈ ਹੁਕਮ ਵੀ ਨਾ ਮੋੜਦਾ ਹੋਵੇ। ਤੇਜ ਸੋਹਣੀ ਚੰਦਨ ਚੋਆ, ਨਰਕ ਘੋਰ ਕਾ ਦੁਆਰਾ। ਦੁਨੀਆ ਦੇ ਰੰਗ ਰਲੀਆਂ ਮਨਾਉਣੀਆਂ, ਜਿਹੜਾ ਹੈ ਸੇਜ ਸੋਹਣੀ ਸੋਹਣੀਆਂ ਇਸਤਰੀਆਂ ਤੇ ਕਈ ਤਰ੍ਹਾਂ ਦੇ ਪਦਾਰਥ ਲਾਉਣੇ, ਤੇ ਪਰਮੇਸ਼ਰ ਨੂੰ ਯਾਦ ਨਹੀਂ, ਇਹਨਾਂ ਵਿੱਚ ਖਚਤ ਹੋ ਜਾਣਾ, ਤਾਂ ਮਹਾਰਾਜ ਕਹਿ ਲਗੇ ਨਰਕ ਦਾ, ਵਕਾਰਾਂ ਦਾ ਭਾਗੀ ਬਣ ਜਾਂਦਾ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰ ਮਨ ਕਾ ਕਰਮਾ। ਮਹਾਰਾਜ ਜੀ ਨੇ ਰਹਿਮਤ ਕੀਤੀ ਵੀ ਪਿਆਰਿਆ ਧਿਆਨ ਰੱਖ, ਇਹਨਾਂ ਕਰਮਾਂ ਨਾਲ ਕੁਝ ਨਹੀਂ ਬਣਨਾ। ਸਭ ਤੋਂ ਸਿਰੇ ਦਾ ਜੇ ਧਰਮ ਦੀ ਦੁਨੀਆ ਵਿੱਚ ਕੋਈ ਕਰਮ ਹੈ, ਮਹਾਰਾਜ ਜੀ ਨੇ ਬਚਨ ਵਰਤਿਆ ਹੈ, ਸਿਰ ਕਰਮਨ ਕੇ ਕਰਮਾ। ਸਿਰੇ ਦਾ ਜੇ ਕੋਈ ਧਰਮ ਦੀ ਦੁਨੀਆ ਵਿੱਚ ਕੰਮ ਹੈ ਤੇ ਉਹ ਕੀ ਹੈ ਕਿ ਗੁਰੂ ਦੀ ਸੰਗਤ ਵਿੱਚ ਆ ਕੇ ਉਸ ਹਰੀ ਪਰਮਾਤਮਾ ਦੀ ਕੀਰਤੀ ਕਰਨੀ। ਕਹੋ ਨਾਨਕ ਤਿਸ ਭਇਓ ਪਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਨਾਨਕ ਜੀ ਆਖਦੇ ਹਨ, ਹਾਂ ਇਹ ਸੰਗਤ ਦੀ ਪ੍ਰਾਪਤੀ ਉਦੋਂ ਹੁੰਦੀ ਹੈ ਜਦੋਂ ਮਨੁੱਖ ਆਪਣੇ ਕਰਮਾਂ ਦਾ ਸੁਧਾਰ ਕਰਦਾ ਹੈ, ਤੇ ਜਦੋਂ ਮਾਲਕ ਵਾਹਿਗੁਰੂ ਕਿਰਪਾ ਕਰੇ ਤੇ ਦੇ ਪੂਰਬਲੇ ਕਰਮ ਜਾਗਦੇ ਹਨ। ਤੇਰੋ ਸੇਵਕ ਇਹ ਰੰਗ ਮਾਤਾ। ਮਹਾਰਾਜ ਜੀ ਰਹਿਮਤਾਂ ਕਰਦੇ ਨੇ, ਇਸ ਕਰਕੇ ਇਹ ਅਕਾਲ ਪੁਰਖ ਵਾਹਿਗੁਰੂ ਤੇਰਾ ਜਿਹੜਾ ਸੇਵਕ ਹੈ ਨਾ,
ਹੁਣ ਇਹ ਕਰਮ ਕਮਾਉਣ ਵੱਲ ਲੱਗਾ। ਕਿਹੜੇ? ਗੁਰੂ ਦੀ ਸੰਗਤ ਵਿੱਚ ਆਉਣਾ। ਤੇ ਗੁਰੂ ਦੀ ਸੰਗਤ ਵਿੱਚ ਆ ਕੇ ਆਪਾਂ ਬਚਨ ਪੜ੍ਹਦੇ ਆ, ਮਹਾਰਾਜ ਨੇ ਕਿਹਾ ਸਤ ਸੰਗਤ ਸਤਿਗੁਰ ਚਟਸਾਲ ਹੈ, ਜਿਤ ਹਰ ਗੁਣ ਸਿੱਖਾ। ਗੁਰੂ ਦੀ ਸੰਗਤ ਵਿੱਚ ਆਉਣਾ ਹੈ ਤੇ ਮਹਾਰਾਜ ਜੀ ਦੇ ਅੱਗੇ ਆ ਕੇ ਬੇਨਤੀ ਕਰਨੀ, ਮੇਰੇ RAM ਹਮ ਬਾਰਕ ਹਰ ਪ੍ਰਭ ਕੇ ਹੈ ਇਆਣੇ, ਧੰਨ ਧੰਨ ਗੁਰੂ ਗੁਰ ਸਤਿਗੁਰ ਪਾਂਦਾ, ਜਿਨ ਹਰ ਉਪਦੇਸ਼ ਦੇਖੀਏ ਸਿਆਣੇ। ਉਹ ਸਿਆਣੇ ਬੰਨਾ ਗੁਰੂ ਦੀ ਮੱਤ ਲੈ ਕੇ। ਇੱਕ ਸਿਆਣਾ ਉਹ ਵੀ ਹੈ ਜਿਹਦਾ ਜ਼ਿਕਰ ਮਹਾਰਾਜ ਕਹਿੰਦੇ ਕਿ ਗੁਰ ਕੀ ਮੱਤ ਤੂੰ ਲੈ ਇਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਜਿਹਨੇ ਗੁਰੂ ਦੀ ਮੱਤ ਨਹੀਂ ਲਈ ਤੇ ਆਪਣੀ ਸੋਚ ਤੇ ਚੱਲਿਆ। ਤੇ ਇੱਕ ਮਹਾਰਾਜ ਕਹਿੰਦੇ ਕਿ ਮਾਲਕ ਵਾਹਿਗੁਰੂ ਹੁਣ ਮੈਂ ਇਹ ਕਾਰ ਕਰਨੀ ਸ਼ੁਰੂ ਕਰ ਦਿੱਤੀ, ਗੁਰੂ ਦੀ ਸੰਗਤ ਵਿੱਚ ਆ ਕੇ ਤੇਰੇ ਨਾਮ ਵਿੱਚ ਮਤਿਆ ਜਾ ਰਿਹਾ ਹਾਂ। ਭਇਓ ਕਿਰਪਾਲ ਦੀਨ ਦੁਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਾਤਾ, ਰਹਾਓ ਦੂਜਾ। ਜਦੋਂ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਦੇ, ਜਿਹੜਾ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ, ਉਹਦੀ ਰਹਿਮਤ ਹੋ ਜਾਏ ਤੇ ਹਰ ਹਰ ਕੀਰਤਨ ਇਹ ਮਨ ਰਾਤਾ, ਉਸ ਹਰੀ ਪਰਮਾਤਮਾ ਦੀ ਕੀਰਤੀ ਨਾਲ ਇਹ ਮਨ ਜੁੜ ਜਾਏ ਤੇ ਮਹਾਰਾਜ ਕਹਿਣ ਲੱਗੇ ਕਿ ਫਿਰ ਅਸਲ ਸੋਝੀ ਪੈਂਦੀ ਹੈ ਕਿ ਮੈਂ ਗੁਰੂ ਕੋਲੇ ਆਉਣਾ, ਬਾਣੀ ਨੂੰ ਪੜ੍ਹਨਾ, ਬਾਣੀ ਨੂੰ ਸਮਝਣਾ ਤੇ ਉਹਨੂੰ ਆਪਣੇ ਜੀਵਨ ਵਿੱਚ ਕਮਾ ਕੇ ਅੰਦਰੋਂ ਵਿਕਾਰਾਂ ਨੂੰ ਖਤਮ ਕਰਨਾ ਹੈ। ਇਸ ਤਰ੍ਹਾਂ ਹੋਰ ਕੋਈ ਵੀ ਕਰਮ ਕਰਨ ਦੀ ਲੋੜ ਨਹੀਂ ਪੈਂਦੀ। ਮਹਾਰਾਜ ਜੀ ਨੇ ਇਹੀ ਸਮਝਾਇਆ, ਸਿੱਖਾ ਬਾਣੀ ਪੜ, ਗੁਰੂ ਕੋਲੇ ਆ, ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜੋ ਗੁਰੂ ਨੇ ਕਿਹਾ ਉਹਨੂੰ ਚੰਗਾ ਮੰਨ ਕੇ ਉਹਨਾਂ ਕਾਰਜਾਂ ਨੂੰ ਕਰਨਾ ਸ਼ੁਰੂ ਕਰ ਦੇ। ਗੁਰੂ ਦੇ ਹੁਕਮ ਦੇ ਉੱਤੇ ਕੋਈ ਸਵਾਲ ਜਵਾਬ ਨਾ ਹੋਵੇ, ਨਤਮਸਤਕ ਹੋਇਆ ਤੇ ਨਾਲ ਸਰੀਰ ਵੀ ਤੇ ਨਾਲ ਮਤ ਵੀ ਗੁਰੂ ਚਰਨਾਂ 'ਚ ਅਰਪਣ ਕਰ ਦਿੱਤੀ। ਮਹਾਰਾਜ ਕਹਿ ਲਗੇ ਤੁਧਨੋਂ ਨਿਮਣ ਮੰਨਣ ਤੇਰਾ ਨਾਮ, ਜਦੋਂ ਇਹ ਬਣ ਜਾਏ ਤਾਂ ਪ੍ਰਾਪਤੀ ਹੁੰਦੀ ਹੈ। ਸੋ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਰਹਿਮਤਾਂ ਕਰਕੇ ਸੰਪੂਰਨ ਅਸ਼ਟਪਦੀ ਵਿੱਚ ਇਹੀ ਸਮਝਾਇਆ ਕਿ ਉਹ ਕਰਮ ਨਾ ਕਰੀ ਜਾਈ ਕਿ ਜਿੱਥੇ ਕੇਵਲ ਤੇ ਕੇਵਲ ਪਾਣੀ ਰੜਕਦਾ ਰਵੇ ਤੇ ਪ੍ਰਾਪਤੀ ਕੁਝ ਨਾ ਹੋਵੇ। ਭਰਮੇ ਭੂਲਾ ਸਾਕਤ ਫਿਰਤਾ ਨੀਰ ਬਰੋਲੇ, ਖੱਪ ਖੱਪ ਮਰਤਾ। ਤੇ ਯਤਨ ਕਰ ਗੁਰੂ ਸੰਗਤ ਵਿੱਚ ਆ ਕੇ ਬਾਣੀ ਦੇ ਅਨੁਸਾਰ ਕਰਮ ਕਮਾ, ਫਿਰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੱਜ ਦੀ ਅਸ਼ਟਪਦੀ ਵਿੱਚ ਸਾਡੇ ਤੇ ਰਹਿਮਤਾਂ ਬਖਸ਼ਾਂ ਕੀਤੀਆਂ ਨੂੰ। ਸੋ ਆਓ ਪਾਵਨ ਸਥਾਨ ਤੇ ਸਿੱਧ ਗੋਸ਼ਟ ਪਾਵਨ ਬਾਣੀ ਦੀ ਜੋ ਲੜੀਵਾਰ ਵਿਚਾਰ ਚੱਲ ਰਹੀ ਹੈ, ਆਪਾਂ ਸਰਵਣ ਕਰੀਏ ਜੀ। ਸਹਿਜ ਭਾਏ ਮਿਲਿਆ ਸੁਖ ਹੋਵੇ, ਸਹਿਜ ਭਾਏ ਮਿਲਿਆ ਸੁਖ ਹੋਏ। ਸਹਿਜ ਤੋਂ ਭਾਵ ਹੈ ਆਤਮਿਕ ਅਡੋਲਤਾ। ਜੀਵਨ ਦੇ ਵਿੱਚ ਅਜਿਹੀ ਅਵਸਥਾ ਬਣ ਜਾਣੀ ਜਿੱਥੇ ਜਾ ਕੇ ਬੰਦੇ ਨੂੰ ਲੋਭ ਮੋਹ ਹੰਕਾਰ ਇਹ ਚੀਜ਼ਾਂ ਵਿਆਪਦੀਆਂ ਹੀ ਨਹੀਂ। ਤਿੰਨ ਅਵਸਥਾ ਨੇ, ਆਪਾਂ ਪੜ੍ਹਦੇ ਹਾਂ ਤਿੰਨ ਗੁਣ ਨੇ, ਕਿ ਰਜ ਗੁਣ, ਧੰਮ ਗੁਣ ਤੇ ਸਤ ਗੁਣ। ਰਜ ਗੁਣ ਹੈ ਲਾਲਸਾ, ਧੰਮ ਗੁਣ ਹੈ ਅੰਦਰ ਹੰਕਾਰ ਦਾ ਹੋ ਜਾਣਾ। ਵਿਦਵਾਨਾਂ ਨੇ ਜਦੋਂ ਇਹਦੇ ਅਰਥ ਕੀਤੇ ਤੇ ਇਹ ਵੀ ਲਿਖਿਆ ਕਿ ਅਤ ਦਾ ਵਸ਼ਈ ਬੰਦਾ ਤੇ ਅਤ ਦਾ ਹੰਕਾਰੀ ਬੰਦਾ ਜਿਹੜਾ ਨਿਰਲੱਜ ਹੋ ਕੇ ਲੜੇ। ਤੇ ਫਿਰ ਹੈ ਸਤਗੁਣ। ਸਤਗੁਣ ਹੈ ਦਇਆ ਧਰਮ ਸਹਿ ਸੰਤੋਖੇ। ਗੁਣ ਬਹੁਤ ਚੰਗੇ ਨੇ, ਪਰ ਮਹਾਰਾਜ ਕਹਿ ਲਗੇ ਇਹਨਾਂ ਤੋਂ ਉੱਤੇ ਦੀ ਗੱਲ, ਜਿਹਨੂੰ ਗੁਰਮਤ ਨੇ ਤੁਰਿਆ ਅਵਸਥਾ, ਚੌਥਾ ਪਦ, ਸਹਿਜ ਅਵਸਥਾ, ਦਸਮ ਦੁਆਰ ਆਖਿਆ ਕਿ ਜੀਵਨ ਦੀ ਉਹ ਅਵਸਥਾ ਬਣਨੀ ਜਿੱਥੇ ਜਾ ਕੇ ਬੰਦਾ ਟਿਕ ਜਾਏ। ਕਿਉਂਕਿ ਕਈ ਵਾਰ ਸਹਿਜ ਦਇਆ ਧਰਮ ਸਹਿਜ ਵਾਲਾ ਗੁਣ ਧਾਰਨ ਕੀਤੇ ਜਿੰਨੇ, ਸਤੋਗੁਣੀ ਬੰਦਾ ਵੀ ਕਈ ਵਾਰ ਮਾੜਿਆਂ ਦੀ ਸੰਗਤ ਜਾਏ ਤੇ ਫਿਰ ਉਹਦਾ ਗੁਣ ਤਬਦੀਲ ਹੋ ਜਾਂਦਾ ਹੈ। ਆਪਾਂ ਭਾਈ ਜੋਗਾ ਜੀ ਦੀ ਇਤਿਹਾਸ ਦੇ ਵਿੱਚ ਉਦਾਹਰਨ ਪੜ੍ਹਦੇ ਹਾਂ। ਪਰ ਜਦੋਂ ਬੰਦਾ ਸਹਿਜ ਅਵਸਥਾ ਵਿੱਚ ਪਹੁੰਚ ਜਾਏ, ਜਿਹੋ ਜੀ ਮਰਜ਼ੀ ਹਾਲਾਤ ਹੋ ਜਾਏ, ਬੰਦਾ ਟਿਕ ਜਾਏ, ਇਹਨੂੰ ਗੁਰਮਤ ਵਿੱਚ ਸਹਿਜ ਅਵਸਥਾ ਆਖਿਆ। ਤਾਂ ਮਹਾਰਾਜ ਜੀ ਨੇ ਰਹਿਮਤਾਂ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ ਜਦੋਂ ਸਹਿਜ ਭਾਏ ਮਿਲਿਆ ਸੁਖ ਹੋਏ, ਜਦੋਂ ਟਿਕਾਵ ਦੀ ਅਵਸਥਾ ਮਿਲ ਜਾਏ ਫਿਰ ਆਤਮਿਕ ਸੁਖ ਪ੍ਰਾਪਤ ਹੁੰਦਾ ਹੈ। ਗੁਰਮੁਖ ਜਾਗੈ ਨੀਂਦ ਨਾ ਸੋਵੈ। ਗੁਰੂ ਦੀ ਮੱਤ ਧਾਰਨ ਕਰਕੇ ਬੰਦਾ ਜਾਗਦਾ ਹੈ। ਧਿਆਨ ਦੇਣਾ ਜੀ, ਇਹ ਜਾਗਣਾ ਤਨ ਵਾਲਾ ਨਹੀਂ। ਤਨ ਦਾ ਸੁੱਤਾ ਬੰਦਾ ਤੇ ਇੱਕ ਦਿਨ 2 ਦਿਨ ਸੋਏਗਾ, ਉਸ ਤੋਂ ਬਾਅਦ ਜਾਗ ਜਾਏਗਾ। ਪਰ ਕਈ ਵਾਰ
ਸਾਰੀ ਉਮਰ ਬੰਦਾ ਗੁਰੂ ਕੋਲੇ ਆ ਕੇ ਵੀ ਮਨ ਸੋਇਆ ਮਾਇਆ ਬਿਸਮਾਦ, ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼ਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮੀਠੇ ਸਾਧ, ਮਨ ਸੋਇਆ ਮਾਇਆ ਬਿਸਮਾਦ। ਸਾਰੀ ਜ਼ਿੰਦਗੀ ਬੰਦਾ ਸੁੱਤਾ ਹੀ ਰਹਿ ਜਾਂਦਾ ਹੈ। ਇੱਕ ਸੁਰਤ ਦਾ ਸੋਣਾ ਹੈ, ਇੱਕ ਸੁਰਤ ਦਾ ਜਾਗਣਾ ਹੈ। ਤਾਂ ਮਹਾਰਾਜ ਕਹਿ ਲਗੇ ਜਿਹੜੇ ਗੁਰੂ ਦੇ ਹੁਕਮ ਵਿੱਚ ਚੱਲਦੇ ਨੇ ਉਹ ਸੁਰਤ ਕਰਕੇ ਸਦਾ ਜਾਗਦੇ ਰਹਿੰਦੇ ਨੇ, ਉਹ ਵਿਕਾਰਾਂ ਦੇ ਹੱਥੋਂ ਕਦੀ ਵੀ ਮਾਰ ਨਹੀਂ ਖਾਂਦੇ। ਸੁਨ ਸ਼ਬਦ ਅਪਰੰਪਰ ਧਾਰੈ। ਸੁਨ ਸ਼ਬਦ ਭਾਵ ਨਿਰਗੁਣ ਸਰੂਪ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ, ਅਪੁਰ ਅਵਸਥਾ ਵੀ ਇਹਨੂੰ ਬਾਣੀ ਵਿੱਚ ਆਖਿਆ ਗਿਆ। ਮਹਾਰਾਜ ਕਹਿ ਲਗੇ ਨਿਰਗੁਣ ਸਰੂਪ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰ ਲੈਂਦੇ ਹਨ। ਕਹਤੇ ਮੁਕਤ ਸ਼ਬਦ ਨਿਸਤਾਰੈ। ਤੇ ਗੁਰੂ ਦੀ ਬਾਣੀ ਨੂੰ ਪੜ੍ਹ ਕੇ ਕਹਿ ਕੇ ਪਹਿਲਾਂ ਉਹ ਆਪ ਮੁਕਤ ਹੁੰਦੇ ਨੇ ਤੇ ਫਿਰ ਗੁਰੂ ਸ਼ਬਦ ਦੇ ਰਾਹੀਂ ਉਹ ਦੂਜਿਆਂ ਨੂੰ ਤਾਰਦੇ ਨੇ। ਆਪਾਂ ਬਚਨ ਪੜ੍ਹਦੇ ਹਾਂ, ਜਦੋਂ ਗੁਰੂ ਦੀ ਨਿਸ਼ਾਨੀ ਪਾਵਨ ਬਾਣੀ ਵਿੱਚ ਦੱਸੀ ਗਈ ਨਾ ਜੀ, ਤੇ ਮਹਾਰਾਜ ਨੇ ਬੜਾ ਪਿਆਰਾ ਬਚਨ ਕੀਤਾ, ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ। ਤਾਰੇਗਾ ਉਹ ਜਿਹੜਾ ਆਪ ਤਰਿਆ ਹੋਇਆ ਹੈ। ਜਾਂ ਆਪਾਂ ਜਪਜੀ ਸਾਹਿਬ ਅੰਦਰ ਵੀ ਰੋਜ਼ ਬਚਨ ਪੜ੍ਹਦੇ ਹਾਂ, ਮੰਨੈ ਤਰੈ ਤਾਰੇ ਗੁਰ ਸਿੱਖ। ਉਸ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਨੂੰ ਮੰਨ ਕੇ ਆਪ ਤਰਦਾ ਹੈ ਗੁਰੂ, ਮਨ ਕਿਉਂਕਿ ਸ਼ਬਦ ਗੁਰੂ ਹੈ ਤਾਂ ਆਪ ਜਿਹੜਾ ਹੈ ਪਹਿਲਾਂ ਤਰਦਾ ਹੈ ਗੁਰੂ ਤੇ ਫਿਰ ਸਿੱਖਾਂ ਨੂੰ ਤਾਰ ਲੈਂਦਾ ਹੈ। ਤਾਂ ਸਤਿਗੁਰੂ ਮਹਾਰਾਜ ਜੀ ਨੇ ਰਹਿਮਤਾਂ ਕੀਤੀਆਂ ਕਿ ਗੁਰੂ ਬਾਣੀ ਨੂੰ ਸੁਣ ਕੇ ਪਹਿਲਾਂ ਆਪ ਤਰਦਾ ਹੈ, ਫਿਰ ਸ਼ਬਦ ਰਾਹੀਂ ਹੋਰਾਂ ਨੂੰ ਤਾਰਦਾ ਹੈ। ਗੁਰ ਕੀ ਦੀਖਿਆ ਸੇ ਸੱਚ ਰਾਤੇ। ਗੁਰ ਕੀ ਦੀਖਿਆ, ਦੀਖਿਆ ਤੋਂ ਭਾਵ ਹੈ ਜੀ ਇੱਥੇ ਸਿੱਖਿਆ। ਗੁਰੂ ਦੀ ਸਿੱਖਿਆ ਲੈ ਕੇ ਉਹ ਸੱਚ ਵਿੱਚ ਜੁੜ ਜਾਂਦਾ ਹੈ, ਉਹਨੂੰ ਸਮਝ ਆ ਜਾਂਦੀ ਹੈ ਅਸਲੀਅਤ ਕੀ ਹੈ। ਆਪਾਂ ਬਚਨ ਪੜ੍ਹਦੇ ਹਾਂ, ਮਹਾਰਾਜ ਜੀ ਨੇ ਵੀ ਆਖਿਆ ਕਿ ਪਿਆਰਿਆ ਜਦੋਂ ਗੁਰੂ ਦੀ ਸਿੱਖਿਆ ਤੇਰੇ ਜੀਵਨ ਚ ਆਏਗੀ ਨਾ, ਗੁਰ ਕੀ ਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੀ। ਗੁਰ ਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲ ਅੰਧਿਆਰਾ। ਗੁਰੂ ਦੀ ਸਿੱਖਿਆ ਨਾਲ ਸਾਰਾ ਹਨੇਰ ਖਤਮ ਹੋ ਜਾਂਦਾ ਹੈ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨ ਸਿਓ ਅੰਧਕਾਰ ਤੇ ਮੰਦਰ ਮੈਂ, ਰਤਨ ਕੋਠੜੀ ਖੁੱਲੀ ਅਨੂਪਾ। ਤਾਂ ਮਹਾਰਾਜ ਕਹਿ ਲਗੇ ਗੁਰੂ ਦੀ ਸਿੱਖਿਆ ਨਾਲ ਸੱਚ ਦੀ ਸੋਝੀ ਹੋ ਜਾਂਦੀ ਹੈ। ਨਾਨਕ ਆਪ ਗਵਾਏ ਮਿਲਨ ਨਹੀਂ ਭਰਾਤੇ। ਮਹਾਰਾਜ ਕਹਿੰਦੇ ਨਾਨਕੇ ਨਾਨਕ, ਪਰ ਇਹ ਗੱਲ ਹੈ ਕਿ ਪਹਿਲਾਂ ਆਪਾ ਭਾਵ ਗਮਾਣਾ ਪੈਂਦਾ ਹੈ। ਗੁਰੂ ਕੋਲੇ ਆਏ ਆ ਤੇ ਕਹਿ ਦਈਏ ਮਹਾਰਾਜ ਮੈਨੂੰ ਕੁਝ ਨਹੀਂ ਆਉਂਦਾ, ਸਤਿਗੁਰੂ ਮੇਰੇ ਅੰਦਰ ਕੋਈ ਸਿੱਖਿਆ ਨਹੀਂ ਹੈ, ਮੈਂ ਕੋਈ ਚੰਗਾ ਕਰਮ ਹੀ ਨਹੀਂ ਕਰਦਾ। ਜਿਹਨੂੰ ਮਹਾਰਾਜ ਜੀ ਨੇ ਬਚਨ ਆਖਿਆ ਕਿ ਮੈਂ ਅੰਧੁਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ। ਮਹਾਰਾਜ ਮੈਂ ਤਾਂ ਅਕਲ ਦਾ ਅਨੀਣਾ ਹਾਂ ਤੇ ਤੇਰਾ ਨਾਮ ਹੀ ਮੈਨੂੰ ਚਾਨਣ ਵਿਖਾ ਸਕਦਾ ਹੈ, ਇਹ ਹਨੇਰੇ ਨੂੰ ਮੁਕਾ ਸਕਦਾ ਹੈ। ਆਪਾ ਭਾਵ ਤਿਆਗ ਕੇ ਜਦੋਂ ਗੁਰੂ ਕੋਲੇ ਆ ਜਾਈਏ, ਸਤਿਗੁਰੂ ਮਹਾਰਾਜ ਜੀ ਨੇ ਬੜਾ ਪਿਆਰਾ ਬਚਨ ਕਰਕੇ ਸਮਝਾਇਆ, ਇਤ ਮਾਰਗ ਚੱਲੇ ਭਾਈੜੇ। ਇਹ ਪਿਆਰਿਆ ਜੇ ਇਸ ਮਾਰਗ ਵੱਲ ਤੁਰਿਆ ਹੈ, ਇਤ ਮਾਰਗ ਚੱਲੇ ਭਾਈੜੇ, ਗੁਰ ਕਹਿ ਸਕਾਰ ਕਮਾਵੋ ਜੀਓ, ਤਿਆਗੇ ਮਨ ਕੀ ਮਤਣੀ ਵਿਸਾਰੇ ਦੂਜਾ ਭਾਉ ਜੀਓ। ਮਨ ਦੀ ਮਤ ਛੱਡ ਕੇ ਗੁਰੂ ਅੱਗੇ ਢਹਿ ਢੇਰੀ ਹੋ ਜਾਣਾ, ਇਹ ਆਪਾ ਭਾਵ ਗਵਾ ਦੇਣਾ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ ਜਦੋਂ ਆਤਮ ਸਮਰਪਣ ਕੀਤਾ ਜਾਏ। ਗੁਰੂ ਕੋਲੇ ਆ ਕੇ ਆਪਣੀ ਮਤ ਦੀ ਵਰਤੋਂ ਨਹੀਂ। ਮੈਂ ਤੇ ਇੰਜ ਕਿਹਾ ਕਰਦਾ ਕਿ ਗੁਰਸਿੱਖ ਕੌਣ ਹੈ? ਜਿਹਦੀ ਆਪਣੀ ਮਤ ਨਹੀਂ, ਜਿਹੜਾ ਗੁਰੂ ਦੇ ਹੁਕਮ ਦੇ ਉੱਤੇ ਚੱਲਣ ਲੱਗ ਜਾਏ। ਗੁਰੂ ਨੇ ਜੋ ਕਹਿ ਦਿੱਤਾ, ਕੋਈ ਜੋ ਮਰਜ਼ੀ ਕਹੀ ਜਾਏ, ਆਸੇ ਪਾਸੇ ਵਾਲੇ ਕਹਿਣ ਨਹੀਂ ਇੰਜ ਵੀ ਹੁੰਦਾ ਹੈ, ਆ ਵੀ ਹੁੰਦਾ ਹੈ, ਇਹਨੂੰ ਮੰਨਣਾ ਚਾਹੀਦਾ। ਉਹ ਕਹਿੰਦਾ ਤੁਸੀਂ ਭਾਵੇਂ ਲੱਖ ਦਲੀਲਾਂ ਦੇ ਲਓ, ਪਰ ਜੋ ਮੇਰੇ ਗੁਰੂ ਨੇ ਆਖ ਦਿੱਤਾ ਮੈਂ ਉਹ ਮਾਰਗ ਤੇ ਚੱਲਣਾ। अब हम चली ठाकुर पहार, जब हम शरण प्रभु की आई राख प्रभु भावें मार। मालका भावें रख ले ते भावें मार ले,
मैं तेरे दर ते तेरे राह दे उत्ते तुरना है। सिख फिर घाटे वाधियां दी परवाह नहीं करता। सो सतगुरु धन गुरु नानक साहब महाराज जी ने सिद्धा नूं समझाया, सोझी ते हो जाएगी, पर पहला आपा भाव त्याग के अपने कर्म छड़ के आके तुसी पहाड़ां ते बह गए, साह रोक ले, जटावां वधा लईआं, इनू छड़ के आपा भाव त्यागो ते मालक अकाल पुरख वाहिगुरू दी मत नूं धारण करो। फिर जीवन विच सच दा मार्ग ते असल धर्म किवें कमाया जाना है, ये सोझी तुहानूं हो जाएगी। सो सतगुरु किरपा करन, धन गुरु ग्रंथ साहिब महाराज जी की अपार बख्शिश हुई है। आपां सारियां उत्ते अकाल पुरख वाहिगुरू ने रहमतां करके बाणी पढ़न बाणी सुनन की सेवा लई है। सो श्रोमणी गुरुद्वारा प्रबंधक कमेटी के समुचे प्रबंध का धन्यवाद है। सत्कारयोग सिंह साहिब ज्ञानी जगतार सिंह जी लुधियाने वाले, उन्हां दा तह दिलों धन्यवाद है। कोटान कोट शुक्र गुरु ग्रंथ साहिब महाराज जी का, जिन्हां दियां रहमतां सदका विचारा करना सुभाग बख्शिश होया। आओ गुरु प्यारिओ अंतलियां पंक्तियां पढ़ के समाप्ति करिए जी। गुर की दिखया से सच राते, नानक आप गवाए, मिलन नहीं प्राते। वाहिगुरु जी का खालसा, वाहिगुरु जी की फतेह।